ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਨਵਜੋਤ ਕੌਰ ਹੈ ਅਤੇ ਮੈਂ ECE ਦੀ ਲੈਕਚਰਰ ਹਾਂ। ਮੈਂ ਤੁਹਾਨੂੰ ECE 5th ਸਮੈਸਟਰ ਦਾ ਸਬਜੈਕਟ ਮਾਈਕਰੋ ਕੰਟਰੋਲਰ ਐਂਡ ਇੰਬੈਡਡ ਸਿਸਟਮ ਕਰਾਵਾਂਗੀ। ਮਾਈਕਰੋ ਕੰਟਰੋਲਰ ਐਂਡ ਇੰਬੈਡਡ ਸਿਸਟਮ ਸਬਜੈਕਟ ਦੇ ਵਿੱਚ ਆਪਾਂ ਇਹ ਸਾਰੇ ਚੈਪਟਰਸ ਕਵਰ ਕਰਾਂਗੇ। ਸਭ ਤੋਂ ਪਹਿਲਾਂ ਇੰਟਰੋਡਕਸ਼ਨ, 8051 ਇੰਸਟਰਕਸ਼ਨ ਸੈਟ, ਅਸੈਂਬਲਰ, ਡਿਜ਼ਾਈਨ ਐਂਡ ਇੰਟਰਫੇਸ, PIC ਮਾਈਕਰੋ ਕੰਟਰੋਲਰ, ਐਪਲੀਕੇਸ਼ਨਸ ਆਫ ਮਾਈਕਰੋ ਕੰਟਰੋਲਰਸ। ਇਹ ਸਾਰੇ ਚੈਪਟਰ ਆਪਾਂ ਵਾਰੀ ਡਿਟੇਲ ਦੇ ਵਿੱਚ ਕਰਾਂਗੇ। ਅੱਜ ਆਪਾਂ ਸਭ ਤੋਂ ਪਹਿਲਾ ਚੈਪਟਰ ਦੇਖਾਂਗੇ ਇੰਟਰੋਡਕਸ਼ਨ। ਮਾਈਕਰੋ ਕੰਟਰੋਲਰ। ਸਭ ਤੋਂ ਪਹਿਲਾਂ ਆਪਾਂ ਮਾਈਕਰੋ ਕੰਟਰੋਲਰ ਵਰਡ ਦਾ ਮਤਲਬ ਦੇਖਾਂਗੇ। ਮਾਈਕਰੋ ਕੰਟਰੋਲਰ ਦੋ ਵਰਡਸ ਤੋਂ ਮਿਲ ਕੇ ਬਣਿਆ ਹੋਇਆ ਹੈ, ਮਾਈਕਰੋ ਅਤੇ ਕੰਟਰੋਲਰ। ਮਾਈਕਰੋ ਦਾ ਮਤਲਬ ਹੈ ਸਮਾਲ ਇਨ ਸਾਈਜ਼, ਜਿਸ ਦਾ ਆਕਾਰ ਬਹੁਤ ਛੋਟਾ ਹੋਵੇ, ਅਤੇ ਕੰਟਰੋਲਰ ਇੱਕ ਇਹੋ ਜਿਹਾ ਡਿਵਾਈਸ ਹੈ ਜੋ ਕੰਟਰੋਲ ਕਰਦਾ ਕਿਸੇ ਪਰਟੀਕੂਲਰ ਡਿਵਾਈਸ ਦੇ ਆਪਰੇਸ਼ਨ ਨੂੰ। ਐਗਜ਼ਾਮਪਲ ਇਹਦੀ ਲਵਾਂਗੇ ਆਪਾਂ, ਜਿਵੇਂ ਡਿਸਪਲੇ ਕਰਨੀਆਂ ਮਾਈਕਰੋਵੇਵਸ ਤੇ ਰਿਸੀਵ ਕਰਨ ਇੱਕ ਰਿਮੋਟ ਸਿਗਨਲਸ ਨੂੰ। ਮਾਈਕਰੋ ਕੰਟਰੋਲਰ ਇੱਕ ਬਹੁਤ ਸਮਾਲ ਡਿਵਾਈਸ ਹੈ ਜੋ ਕਿਸੇ ਵੀ ਸਿਸਟਮ ਦੇ ਆਪਰੇਸ਼ਨ ਨੂੰ ਕੰਟਰੋਲ ਕਰਦਾ। ਮਾਈਕਰੋ ਕੰਟਰੋਲਰ ਇੱਕ ਤਰ੍ਹਾਂ ਦਾ ਮਾਈਕਰੋ ਪ੍ਰੋਸੈਸਰ ਹੈ ਜਿਸ ਵਿੱਚ ਸਾਰੇ ਪੈਰੀਫੈਰਲ ਡਿਵਾਈਸਿਸ ਇੰਟੀਗ੍ਰੇਟ ਹਨ। ਸਾਰੇ ਫੰਕਸ਼ਨਲ ਬਲਾਕਸ ਇੱਕ ਸਿੰਗਲ ਚਿਪ ਉੱਤੇ ਲੱਗੇ ਹੋਣ ਕਰਕੇ ਹੀ ਇਸ ਨੂੰ ਸਿਸਟਮ ਔਨ ਚਿਪ ਜਾਂ ਕੰਪਿਊਟਰ ਔਨ ਚਿਪ ਵੀ ਕਿਹਾ ਜਾਂਦਾ ਹੈ। ਇੱਕ ਪਰਟੀਕੂਲਰ ਸਿੰਗਲ ਚਿਪ ਉੱਪਰ ਜਦੋਂ ਸਾਰੇ ਸਿਸਟਮ ਪੈਰੀਫੈਰਲ ਜਾਂ ਕੰਪੋਨੈਂਟਸ ਲੱਗ ਜਾਂਦੇ ਨੇ ਤਾਂ ਉਹ ਕੀ ਬਣ ਜਾਂਦਾ, ਇੱਕ ਕੰਪਲੀਟ ਸਿਸਟਮ। ਇਹਦੀਆਂ ਐਪਲੀਕੇਸ਼ਨਸ ਨੇ ਕਿ ਜਿਵੇਂ ਇਹ ਇੰਬੈਡਡ ਸਿਸਟਮ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਇਹਦੀਆਂ ਐਗਜ਼ਾਮਪਲਸ ਜਿੱਦਾਂ ਵਾਸ਼ਿੰਗ ਮਸ਼ੀਨ, ਆਪਾਂ ਘਰ ਵਿੱਚ ਕੱਪੜੇ ਧੋਣ ਲਈ ਵਾਸ਼ਿੰਗ ਮਸ਼ੀਨ ਦਾ ਯੂਜ਼ ਕਰਦੇ ਹਾਂ, ਤਾਂ ਉਹਦੇ ਵਿੱਚ ਜਿਹੜਾ ਮਾਈਕਰੋ ਕੰਟਰੋਲਰ ਲੱਗਿਆ ਹੋਏਗਾ ਉਹਦੇ 'ਚ ਕੀ ਲੱਗੇ ਹੋਣਗੇ, ਡਿਫਰੈਂਟ ਪੈਰੀਫੈਰਲ ਡਿਵਾਈਸਿਸ ਅਕੋਰਡਿੰਗ ਟੂ ਦਾ ਫੰਕਸ਼ਨ ਆਫ ਵਾਸ਼ਿੰਗ ਮਸ਼ੀਨ। ਉਸੇ ਤਰ੍ਹਾਂ ਮਾਈਕਰੋਵੇਵ ਆਪਾਂ ਆਪਣੇ ਘਰ ਵਿੱਚ ਖਾਣਾ ਬਣਾਉਣ ਲਈ ਯੂਜ਼ ਕਰਦੇ ਹਾਂ, ਤਾਂ ਉਹਦੇ ਵਿੱਚ ਕੀ ਹੋਊਗਾ, ਜੋ ਮਾਈਕਰੋ ਕੰਟਰੋਲਰ ਲੱਗਿਆ ਹੋਊਗਾ ਤਾਂ ਉਹਦਾ ਕੰਮ ਕੀ ਹੋਏਗਾ, ਡਿਫਰੈਂਟ ਹੋਏਗਾ। ਉਹ ਕੀ ਕੰਮ ਕਰਦਾ, ਟੈਂਪਰੇਚਰ ਨੂੰ ਕੰਟਰੋਲ ਕਰਦਾ। ਤਾਂ ਹੀ ਆਪਾਂ ਡਿਫਰੈਂਟ ਟੈਂਪਰੇਚਰ 'ਤੇ ਕੀ ਬਣਾਉਂਦੇ ਹਾਂ, ਖਾਣਾ। ਅਤੇ ਉਹਦੇ ਵਿੱਚ ਜੋ ਮਾਈਕਰੋ ਕੰਟਰੋਲਰ ਲੱਗਿਆ ਹੋਏਗਾ ਉਹਦੇ ਜਿਹੜੇ ਪੈਰੀਫੈਰਲ ਡਿਵਾਈਸਿਸ ਕੀ ਹੋਣਗੇ, ਵਾਸ਼ਿੰਗ ਮਸ਼ੀਨ ਦੇ ਪੈਰੀਫੈਰਲ ਡਿਵਾਈਸਿਸ ਨਾਲੋਂ ਡਿਫਰੈਂਟ ਹੋਣਗੇ। ਨੈਕਸਟ ਹੈ ਆਪਣੇ ਕੋਲ 8051 ਮਾਈਕਰੋ ਕੰਟਰੋਲਰ ਇੰਟਰੋਡਕਸ਼ਨ ਐਂਡ ਹਿਸਟਰੀ। ਹੁਣ ਆਪਾਂ ਇਹਦੀ ਥੋੜ੍ਹੀ ਜਿਹੀ ਹਿਸਟਰੀ ਬਾਰੇ ਦੇਖਾਂਗੇ। ਇਨ 1981 ਇੰਟੈਲ ਇੰਟਰੋਡਿਊਸਡ ਐਨ 8-bit ਮਾਈਕਰੋ ਕੰਟਰੋਲਰ ਕਾਲਡ ਦਾ 8051। ਤਾਂ 1981 ਦੇ ਵਿੱਚ ਇੰਟੈਲ ਨੇ ਇੰਟਰੋਡਿਊਸ ਕੀਤਾ ਇੱਕ 8-bit ਦਾ ਮਾਈਕਰੋ ਕੰਟਰੋਲਰ। ਦੇਖੋ 8-bit ਦਾ ਪਹਿਲਾਂ ਮਤਲਬ ਸਮਝਾਂਗੇ। 8-bit ਹੁੰਦਾ ਇੱਕ ਵਰਡ ਲੈਂਥ, ਮਤਲਬ ਉਹ 8-bit ਡਾਟਾ ਨੂੰ ਹੀ ਫੈਚ ਕਰੂਗਾ ਇਨ ਅ ਟਾਈਮ, 8-bit ਡਾਟਾ ਨੂੰ ਹੀ ਐਗਜ਼ੀਕਿਊਟ ਕਰੇਗਾ, ਪ੍ਰੋਸੈਸ ਕਰੇਗਾ। ਜੋ ਵੀ ਉਹ ਫੰਕਸ਼ਨ ਪਰਫੋਰਮ ਕਰੂਗਾ ਉਹ 8-bit ਡਾਟਾ ਨਾਲ ਹੀ ਕਰੇਗਾ। ਤਾਂ ਜਿਹੜਾ ਇੰਟੈਲ ਨੇ ਇੰਟਰੋਡਿਊਸ ਕੀਤਾ ਮਾਈਕਰੋ ਕੰਟਰੋਲਰ ਉਹ ਕਿੰਨੇ ਬਿਟ ਸੀ, 8-bit, ਜੋ ਸਾਰੇ 8-bit ਡਾਟਾ 'ਤੇ ਹੀ ਆਪਣਾ ਫੰਕਸ਼ਨ ਪਰਫੋਰਮ ਕਰਦਾ ਸੀ। It was referred as system on a chip because it had CPU, RAM, on-chip ROM, timers, counters, serial input-output port, all on a single chip। ਹੁਣ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਇਹਦੇ ਵਿੱਚ ਕੀ ਹੁੰਦਾ, ਇੱਕ ਪਰਟੀਕੂਲਰ ਸਿੰਗਲ ਚਿਪ ਦੇ ਉੱਪਰ ਹੀ ਸਾਰੇ ਸਿਸਟਮ ਦੇ ਪੈਰੀਫੈਰਲ ਡਿਵਾਈਸਿਸ ਕੰਪੋਨੈਂਟਸ ਲੱਗੇ ਹੁੰਦੇ ਨੇ। ਜਿਵੇਂ ਇਹਦੇ ਵਿੱਚ ਕੰਪੋਨੈਂਟ ਦੇ ਨਾਮ ਦੱਸੇ ਹੋਏ ਨੇ, CPU ਕੀ ਹੁੰਦਾ, ਸੈਂਟਰਲ ਪ੍ਰੋਸੈਸਿੰਗ ਯੂਨਿਟ, RAM ਰੈਂਡਮ ਐਕਸੈਸ ਮੈਮਰੀ, ਔਨ ਚਿਪ ROM ਹੋ ਗਈ, ਟਾਈਮਰਸ, ਕਾਊਂਟਰਸ, ਸੀਰੀਅਲ ਇਨਪੁਟ ਆਊਟਪੁੱਟ ਪੋਰਟ। ਇਹ ਸਾਰੇ ਇੱਕ ਸਿੰਗਲ ਸਿਸਟਮ 'ਤੇ ਕੀ ਹੁੰਦੇ, ਇੱਕ ਸਿੰਗਲ ਚਿਪ ਦੇ ਉੱਪਰ ਇੰਟੀਗ੍ਰੇਟ ਹੁੰਦੇ ਨੇ। ਇਸੇ ਕਰਕੇ ਹੀ ਇਹਨੂੰ ਕੀ ਕਹਿੰਦੇ ਨੇ, ਸਿਸਟਮ ਔਨ ਚਿਪ ਜਾਂ ਕੰਪਿਊਟਰ ਔਨ ਚਿਪ। 'ਤੇ ਇੱਕ ਕੰਪਲੀਟ ਕੀ ਹੁੰਦਾ, ਇਹ ਸਿਸਟਮ ਹੁੰਦਾ। Next point is, originally 8051 microcontrollers were developed using NMOS technology, but the use of battery powered devices and their low power consumption, nowadays CMOS technology is used। ਤਾਂ ਪਹਿਲਾਂ ਜਿਹੜੇ 8051 ਮਾਈਕਰੋ ਕੰਟਰੋਲਰ ਸੀ ਉਹ NMOS ਟੈਕਨੋਲੋਜੀ ਦੁਆਰਾ ਬਣਾਏ ਜਾਂਦੇ ਸੀ, ਬਟ ਹੁਣ ਜਿਵੇਂ ਐਡਵਾਂਸਮੈਂਟ ਹੋ ਗਈ, ਟੈਕਨੋਲੋਜੀ ਵੀ ਐਡਵਾਂਸ ਹੋ ਗਈ, ਤਾਂ ਹੁਣ NMOS ਦੀ ਜਗ੍ਹਾ CMOS ਕੰਪਲੀਮੈਂਟਰੀ ਮੋਸਫੈਟ ਟੈਕਨੋਲੋਜੀ ਨਾਲ ਆਪਾਂ ਲੋ ਪਾਵਰ ਡਿਵਾਈਸ ਬਣਾ ਸਕਦੇ ਹਾਂ, ਜੋ ਕਿ ਹੁੰਦੇ ਬਹੁਤ ਮਾਈਕਰੋ ਸਾਈਜ਼ ਦੇ, ਮਤਲਬ ਸਮਾਲ ਸਾਈਜ਼ ਦੇ ਡਿਵਾਈਸ ਬਣਾ ਸਕਦੇ ਹਾਂ। ਹੁਣ ਦੇਖਾਂਗੇ ਆਪਾਂ ਮਾਈਕਰੋ ਕੰਟਰੋਲਰ ਜਿਹੜੀ ਚਿਪ ਹੁੰਦੀ ਆ ਉਹਦਾ ਸਾਈਜ਼ ਵੀ ਕੀ ਹੁੰਦਾ, ਬਹੁਤ ਸਮਾਲ ਸਾਈਜ਼ ਹੁੰਦਾ। It is widely used in an embedded system, consumer electronics, automotive systems, robotics and security camera। ਤੇ ਇਹਦਾ ਬਹੁਤ ਸਾਰੇ embedded applications ਨੇ, ਜਿੱਦਾਂ ਆਪਾਂ ਦੇਖਿਆ ਸੀ ਕਿ ਇਹ ਵਾਸ਼ਿੰਗ ਮਸ਼ੀਨ ਦੇ ਵਿੱਚ, ਮਾਈਕਰੋਵੇਵ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਉਸੇ ਤਰ੍ਹਾਂ ਹੀ ਆਟੋਮੈਟਿਵ ਸਿਸਟਮ ਤੇ ਰੋਬੋਟਿਕਸ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈ। The peripherals are integrated into a single chip।
द ओवरऑल सिस्टम कॉस्ट इज़ वेरी लो। देखो जो पहला माइक्रो प्रोसैसर यूज़ किए जाते सी ਉਹਦੇ ਵਿੱਚ बहुत सारे आउटपुट डिवाइसिस एक्सटर्नल ਆਪਾਂ इनपुट डिवाइसिस ਦਿੱਤੇ ਜਾਂਦੇ ਸੀ ਤਾਂ ਹੀ ਆਪਣੇ ਕੋਲੇ ਮੈਮਰੀ ਲਈ ਇਨਪੁਟ ਆਊਟਪੁਟ ਡਿਵਾਈਸਿਸ ਲਈ ਐਕਸਟਰਨਲ ਕਨੈਕਸ਼ਨ ਦਿੰਦੇ ਸੀ। ਪਰ ਇਹਦੇ ਵਿੱਚ ਕੀ ਹੈ, ਹੁਣ ਸਾਰੇ ਹੀ ਜਿਹੜੇ ਪੈਰੀਫੈਰਲ ਡਿਵਾਈਸਿਸ ਨੇ ਉਹ ਸਿੰਗਲ ਚਿਪ ਦੇ ਉੱਪਰ ਲੱਗੇ ਹੋਏ ਨੇ, ਇਸੇ ਕਰਕੇ ਦੀ ਕਾਸਟ ਵੀ ਕੀ ਹੈ, ਘੱਟ ਹੈ। ਤੇ ਪੂਰੇ ਸਿਸਟਮ ਨੂੰ ਆਪਾਂ ਕੀ ਕਹਿੰਦੇ ਨੇ, ਕੰਪਲੀਟ ਸਿਸਟਮ। द साइज़ ऑफ द प्रोडक्ट इज़ स्मॉल एज़ कंपेयर टू द माइक्रो प्रोसैसर, क्योंकि ਉਹਦੇ ਵਿੱਚ ਕੋਈ ਐਕਸਟਰਨਲ ਕਨੈਕਸ਼ਨ ਨਹੀਂ ਹੈਗਾ ਮਾਈਕਰੋ ਕੰਟਰੋਲਰ ਦੇ ਵਿੱਚ। ਮਾਈਕਰੋ ਪ੍ਰੋਸੈਸਰ ਦੇ ਵਿੱਚ ਆਪਾਂ ਨੂੰ ਬਹੁਤ ਸਾਰੇ ਪੈਰੀਫੈਰਲ ਡਿਵਾਈਸਿਸ ਲਈ ਐਕਸਟਰਨਲ ਕਨੈਕਸ਼ਨ ਦੇਣੇ ਪੈਂਦੇ ਸੀ, ਬਟ ਮਾਈਕਰੋ ਕੰਟਰੋਲਰ ਵਿੱਚ ਸਾਰੇ ਹੀ ਕੰਪੋਨੈਂਟ ਇੱਕ ਸਿੰਗਲ ਚਿਪ ਦੇ ਉੱਪਰ ਲੱਗੇ ਹੋਏ ਨੇ। ਦ ਮਾਈਕਰੋ ਕੰਟਰੋਲਰ ਬੇਸਡ ਸਿਸਟਮ ਇਜ਼ ਮੋਰ ਰਿਲਾਇਬਲ, ਅਤੇ ਇਹਦੀ ਲਾਈਫ ਕੀ ਹੈਗੀ ਆ ਮਾਈਕਰੋ ਕੰਟਰੋਲਰ ਸਿਸਟਮ ਦੀ ਜ਼ਿਆਦਾ ਹੈ ਐਜ਼ ਕੰਪੇਅਰ ਟੂ ਮਾਈਕਰੋ ਪ੍ਰੋਸੈਸਰ। ਮਾਈਕਰੋ ਕੰਟਰੋਲਰ ਬੇਸ ਸਿਸਟਮ ਇਜ਼ ਈਜ਼ੀ ਟੂ ਮੇਨਟੇਨ, ਅਤੇ ਇਹਨਾਂ ਨੂੰ ਮੇਨਟੇਨ ਕਰਨਾ ਆਸਾਨ ਹੈ। ਆਲ ਥੀਸ ਫੀਚਰਸ ਅਵੇਲੇਬਲ ਇਨ 40 ਪਿਨ IC, ਅਤੇ ਜਿੰਨੇ ਵੀ ਫੀਚਰਸ ਨੇ, ਜਿੰਨੇ ਵੀ ਪੈਰੀਫੈਰਲ ਡਿਵਾਈਸਿਸ ਲੱਗੇ ਨੇ, ਜਿੰਨੇ ਵੀ ਕੰਪੋਨੈਂਟਸ ਨੇ, ਇਹ ਸਿੰਗਲ ਇੱਕ IC ਦੇ ਉੱਪਰ ਕਨੈਕਟਡ ਨੇ, ਜੋ ਕਿੰਨੇ ਪਿਨ ਹੈ, 40 ਪਿਨ IC ਹੈ। ਹੁਣ ਆਪਾਂ ਦੇਖਾਂਗੇ ਕਿ ਬੇਸਿਕ ਮਾਈਕਰੋ ਪ੍ਰੋਸੈਸਰ ਸਿਸਟਮ ਕੀ ਹੁੰਦਾ ਹੈ। ਇੱਕ ਬੇਸਿਕ ਮਾਈਕਰੋ ਪ੍ਰੋਸੈਸਰ ਸਿਸਟਮ ਕੀ ਹੋਊਗਾ, ਇੱਕ ਜਨਰਲ ਪਰਪਸ ਸਿਸਟਮ ਹੋਊਗਾ, ਜਿਹਦੇ ਵਿੱਚ ਕੀ ਲੱਗਿਆ ਹੋਊਗਾ, ਇੱਕ CPU ਕੀ ਹੁੰਦਾ ਹੈ, ਸੈਂਟਰਲ ਪ੍ਰੋਸੈਸਿੰਗ ਯੂਨਿਟ। ਤਾਂ ਮਾਈਕਰੋ ਪ੍ਰੋਸੈਸਰ ਨੂੰ ਬ੍ਰੇਨ ਆਫ ਦਾ ਕੰਪਿਊਟਰ ਵੀ ਕਿਹਾ ਜਾਂਦਾ ਹੈ। ਕਿਉਂ? ਕਿਉਂਕਿ ਇਹਦੇ ਵਿੱਚ ਕੀ ਹੁੰਦਾ, CPU। ਹੁਣ ਦੇਖਾਂਗੇ ਇਹਦੇ ਵਿੱਚ ਕਿਹੜੇ ਕਿਹੜੇ ਕੰਪੋਨੈਂਟਸ ਲੱਗੇ ਨੇ। ਇਟ ਕੰਟੇਨਸ ਦਾ ਸੇਮ 6 ਬੇਸਿਕ ਕੰਪੋਨੈਂਟਸ। ਸਭ ਤੋਂ ਪਹਿਲਾ ਅਰਥਮੈਟਿਕ ਲੌਜਿਕ ਯੂਨਿਟ, ਜੋ ਕਿ ਪਰਫਾਰਮ ਕਰਦਾ ਸਾਰੇ ਅਰਥਮੈਟਿਕ ਆਪਰੇਸ਼ਨਸ ਨੂੰ। ਰਜਿਸਟਰ ਐਰੇ, ਕੰਟਰੋਲ ਯੂਨਿਟ, ਇਹ ਤਿੰਨਾਂ ਨੂੰ ਕੀ ਕਵਾਂਗੇ ਆਪਾਂ, ਫਸਟ 3 ਪੁਆਇੰਟਸ ਨੂੰ ਕਵਾਂਗੇ CPU, ਸੈਂਟਰਲ ਪ੍ਰੋਸੈਸਿੰਗ ਯੂਨਿਟ। ਉਸ ਤੋਂ ਬਾਅਦ ਮੈਮਰੀ, ਇਨਪੁਟ ਆਊਟਪੁੱਟ ਯੂਨਿਟ। ਤਾਂ ਦੇਖੋ ਜਿਹੜੀ ਮੈਮਰੀ ਤੇ ਇਨਪੁਟ ਆਊਟਪੁੱਟ ਯੂਨਿਟ ਹੈ, ਇਹ ਦੋਨੇ ਐਕਸਟਰਨਲੀ ਇਹਦੇ ਨਾਲ ਕੀ ਕੀਤੇ ਹੋਏ ਨੇ, ਅਟੈਚ ਕੀਤੇ ਹੋਏ ਨੇ, ਮਤਲਬ ਇਹਨਾਂ ਨੂੰ ਐਕਸਟਰਨਲ ਕਨੈਕਸ਼ਨਸ ਪ੍ਰੋਵਾਈਡ ਕੀਤੇ ਹੋਏ ਨੇ ਮਾਈਕਰੋ ਪ੍ਰੋਸੈਸਰ ਨਾਲ ਕਨੈਕਟ ਕਰਨ ਲਈ। ਤਾਂ ਇਹ ਆਪਣੇ ਕੋਲੇ ਕੀ ਇੱਕ ਬੇਸਿਕ ਸਿਸਟਮ ਹੈ ਮਾਈਕਰੋ ਪ੍ਰੋਸੈਸਰ ਦਾ। ਹੁਣ ਆਪਾਂ ਦੇਖਾਂਗੇ ਕਿ ਮਾਈਕਰੋ ਕੰਟਰੋਲਰ ਦੇ ਵਿੱਚ ਕੀ ਹੁੰਦਾ ਹੈ। ਮਾਈਕਰੋ ਕੰਟਰੋਲਰ ਇੱਕ ਤਰ੍ਹਾਂ ਦਾ ਇੱਕ ਮਾਈਕਰੋ ਪ੍ਰੋਸੈਸਰ ਹੀ ਹੈ, ਜਿਹਦੇ ਵਿੱਚ ਬਾਕੀ ਜਿਹੜੇ ਡਿਵਾਈਸਿਸ ਨੇ ਉਹਨਾਂ ਨੂੰ ਐਕਸਟਰਨਲੀ ਕਨੈਕਟ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਇਹ ਉਸੇ ਵਿੱਚ ਹੀ ਕੀ ਹੁੰਦੇ ਨੇ, ਐਡ ਹੁੰਦੇ ਨੇ, ਉਸੇ ਚਿਪ ਦੇ ਉੱਪਰ ਕੀ ਹੁੰਦੇ ਨੇ, ਇੰਟੀਗ੍ਰੇਟ ਹੁੰਦੇ ਨੇ। ਇਹਨੂੰ ਆਪਾਂ ਕੀ ਕਹਿੰਦੇ, ਇੱਕ ਸਮਾਲ ਲੋ ਕਾਸਟ ਕੰਪਿਊਟਰ ਵੀ ਕਹਿੰਦੇ ਹਾਂ। ਤਾਂ ਇਹਦੇ ਵਿੱਚ ਤੁਸੀਂ ਦੇਖੋਗੇ ਕਿ CPU ਵੀ ਲੱਗਿਆ ਹੋਇਆ ਹੈ, ਮੈਮਰੀ ਵੀ ਆ, ROM ਤੇ RAM ਤੇ ਇਨਪੁਟ ਆਊਟਪੁੱਟ ਡਿਵਾਈਸਿਸ। ਤੇ ਜਿਹੜੇ ਅਦਰ ਡਿਵਾਈਸਿਸ ਹੋਣਗੇ ਉਹ ਕੀ ਨੇ, ਟਾਈਮਰਸ, ਕਾਊਂਟਰਸ, ਐਨਾਲੌਗ ਇੰਟਰਫੇਸਿਸ, ਇਨਪੁਟ ਆਊਟਪੁੱਟ ਇੰਟਰਫੇਸਿਸ। 8051 ਦਾ ਬੇਸਿਕ ਕੰਪੋਨੈਂਟ ਕੀ ਨੇ। ਸਭ ਤੋਂ ਪਹਿਲਾਂ ਤਾਂ ਆਪਾਂ ਦੇਖਿਆ ਕਿ ਇਹ 8 ਬਿਟ ਡਾਟਾ ਨੂੰ ਪ੍ਰੋਸੈਸ ਕਰਦਾ। ਤਾਂ ਮਤਲਬ 8 ਬਿਟ ਦਾ ਦੱਸਿਆ ਸੀ ਤੁਹਾਨੂੰ ਕਿ 8 ਬਿਟ ਕੀ ਹੁੰਦਾ, ਇਹਦਾ ਵਰਡ ਸਾਈਜ਼ ਹੁੰਦਾ, ਮਤਲਬ ਕੀ ਹੋਊਗਾ, ਇਹਦੀ ਵਰਡ ਲੈਂਥ ਹੋਊਗੀ। ਤਾਂ ਉਹ 8 ਬਿਟ ਡਾਟਾ ਨੂੰ ਹੀ ਫੈਚ ਕਰੂਗਾ, 8 ਬਿਟ ਡਾਟਾ ਨੂੰ ਹੀ ਕੀ ਕਰੂਗਾ, ਐਗਜ਼ੀਕਿਊਟ ਕਰੂਗਾ ਤੇ ਪ੍ਰੋਸੈਸ ਕਰੂਗਾ। ਤਾਂ ਜਿੰਨੇ ਵੀ ਇਹਦੇ ਵਿੱਚ ਫੰਕਸ਼ਨ ਪਰਫਾਰਮ ਹੋਣਗੇ ਉਹ ਸਾਰੇ 8 ਬਿਟ ਨਾਲ ਹੀ ਹੋਣਗੇ। ਇਹਦੀ ਇੰਟਰਨਲ ROM ਕਿੰਨੀ ਹੋਏਗੀ, 4K ਬਾਈਟਸ, 4 ਕਿਲੋ ਬਾਈਟਸ ਇਹਦੀ ਇੰਟਰਨਲ ROM ਹੋਏਗੀ। ਤੁਸੀਂ ਡਾਇਗਰਾਮ ਦੇ ਵਿੱਚ ਦੇਖੋਗੇ ਕਿ ਜਿੰਨੇ ਵੀ ਇਹਦੇ ਵਿੱਚ ਪੈਰੀਫੈਰਲ ਡਿਵਾਈਸਿਸ ਨੇ ਜਾਂ ਜਿੰਨੇ ਵੀ ਕੰਪੋਨੈਂਟ ਨੇ, ਇੱਕ ਸਿੰਗਲ ਚਿਪ ਦੇ ਉੱਤੇ ਹੀ ਇੰਬੈਡਡ ਨੇ, ਤੇ ਸਾਰੇ ਇੱਕ ਸਿੰਗਲ ਚਿਪ ਦੇ ਉੱਪਰ ਇੰਬੈਡਡ ਹੋਣ ਦੇ ਕਰਕੇ ਇਹਨੂੰ ਕੀ ਕਹਿੰਦੇ, ਇੱਕ ਕੰਪਲੀਟ ਸਿਸਟਮ, ਜਾਂ ਇਹਨੂੰ ਕੀ ਕਹਿੰਦੇ ਨੇ, ਸਿਸਟਮ ਔਨ ਚਿਪ ਜਾਂ ਕੰਪਿਊਟਰ ਔਨ ਚਿਪ। ਸਭ ਤੋਂ ਪਹਿਲਾਂ ਤੁਸੀਂ ਦੇਖੋਗੇ CPU ਕੀ ਹੈ, ਇੱਕ ਮਾਈਕਰੋ ਪ੍ਰੋਸੈਸਰ, ਜਿਹਦੇ ਵਿੱਚ ਕੀ ਆਪਾਂ ਪੜ੍ਹੇ ਸੀਗੇ, ਕਿਹੜੇ ਕਿਹੜੇ ਹੁੰਦੇ ਨੇ ਇਹਦੇ ਕੰਪੋਨੈਂਟਸ, ਅਰਥਮੈਟਿਕ ਲੌਜਿਕ ਯੂਨਿਟ, ਕੰਟਰੋਲ ਯੂਨਿਟ ਤੇ ਰਜਿਸਟਰਸ। तो उस तो बाद की सीगे अपने कोले जो एक्सटर्नली कनैक्टेड सी मैमरी ते इनपुट आउटपुट डिवाइसिस, बट ये आपां कोई भी एक्सटर्नल कनैक्शन नहीं दिता होया। ये की है इनबिल्ट ही ने मैमरी ते इनपुट आउटपुट डिवाइसिस। तो ये बाकी जो अदर सब सिस्टम्स ने उन्हें टाइमर्स, काउंटर्स, एनालॉग इंटरफेसिस एंड इनपुट आउटपुट इंटरफेसिस। तो ये सारे ही एक सिंगल चिप के उपर लगे हुए ने। बेसिक कंपोनेंट तो आप हिस्टरी विच पहला भी देखा कि है कि इनू की कहते सी 8 बिट माइक्रो कंट्रोलर भी कहते सी। तो 8 बिट का की मतलब है कि उसकी वर्ड लेंथ कितनी होंगी है 8 बिट, मतलब वो 8 बिट डाटा नू ही फैच करूगा एट अ टाइम, तो 8 बिट डाटा नू ही एग्जीक्यूट या प्रोसैस करेगा। तो जो भी वो फंक्शन परफॉर्म करेगा माइक्रो कंट्रोलर वो 8 बिट नाल ही करेगा। तो ये इंटरनल रोम कितनी होएगी 4K बाइट्स, 128 बाइट्स यदि इंटरनल रैम होएगी,
4 ਕੀ ਹੋਣਗੇ ਇਹਦੇ 8 ਬਿਟ ਇਨਪੁਟ ਆਊਟਪੁੱਟ ਪੋਰਟਸ P0 ਤੋਂ P3 ਤੱਕ। ਇਹ ਤੁਹਾਨੂੰ ਜਦੋਂ ਅਸੀਂ ਪਿਨ ਡਾਇਗਰਾਮ ਕਰਾਵਾਂਗੇ ਤਾਂ ਉਹਦੇ ਵਿੱਚ ਤੁਹਾਨੂੰ ਸਾਰੇ ਪੋਰਟਸ ਬਾਰੇ ਡਿਟੇਲ 'ਚ ਦੱਸਾਂਗੇ। 2 16 ਬਿਟ ਟਾਈਮਰਸ ਕਾਊਂਟਰਸ 1 ਸੀਰੀਅਲ ਇੰਟਰਫੇਸ। ਤਾਂ ਇਹਦੇ ਵਿੱਚ ਕੀ ਹੋਊਗਾ, ਇੱਕ ਸੀਰੀਅਲ ਕਮਿਊਨੀਕੇਸ਼ਨ ਪੋਰਟ ਵੀ ਹੋਊਗਾ। ਇਹ ਸਾਰੇ ਇੱਕ ਸਿੰਗਲ ਚਿਪ ਉੱਪਰ ਐम्बेडेड ਨੇ। ਬਲੌਕ ਡਾਇਗਰਾਮ ਆਫ ਮਾਈਕਰੋ ਕੰਟਰੋਲਰ। ਹੁਣ ਤੁਸੀਂ ਬਲੌਕ ਡਾਇਗਰਾਮ ਵਿੱਚ ਦੇਖੋਗੇ ਕਿ ਜਿੰਨੇ ਵੀ ਸਾਰੇ ਕੰਪੋਨੈਂਟ ਲੱਗੇ ਹੋਏ ਨੇ, ਜਿੰਨੇ ਵੀ ਸਾਰੇ ਪੈਰੀਫੈਰਲ ਡਿਵਾਈਸਿਸ ਨੇ, ਉਹ ਇੱਕ ਚਿਪ ਉੱਪਰ ਹੀ ਐम्बेडेड ਨੇ। ALU ਅਰਥਮੈਟਿਕ ਲੌਜਿਕ ਯੂਨਿਟ, ਜੋ ਅਰਥਮੈਟਿਕ ਕੀ ਕਰੇਗਾ, ਫੰਕਸ਼ਨਸ ਨੂੰ ਪਰਫਾਰਮ ਕਰੇਗਾ। ਰਜਿਸਟਰਸ, RAM, ROM ਇਹ ਦੋਨੋਂ ਮੈਮਰੀਜ਼ ਨੇ। CPU ਸੈਂਟਰਲ ਪ੍ਰੋਸੈਸਿੰਗ ਯੂਨਿਟ, ਪ੍ਰੋਗਰਾਮ ਕਾਊਂਟਰ, ਸਟੈਕ ਪੁਆਇੰਟਰ, ਕਲੌਕ ਸਰਕਿਟ, ਇੰਟਰਪਟ ਸਰਕਿਟ, ਟਾਈਮਰ ਕਾਊਂਟਰਸ ਐਂਡ ਇਨਪੁਟ ਆਊਟਪੁੱਟ ਪੋਰਟਸ। ਤਾਂ ਇਹ ਸਾਰੇ ਕੰਪੋਨੈਂਟਸ ਇੱਕ ਸਿੰਗਲ ਚਿਪ ਦੇ ਉੱਪਰ ਐम्बेडेड ਨੇ। ਐਪਲੀਕੇਸ਼ਨਸ ਆਫ 8051 ਮਾਈਕਰੋ ਕੰਟਰੋਲਰ। ਇਹਦੀਆਂ ਐਪਲੀਕੇਸ਼ਨਸ ਦੇਖਦੇ ਹਾਂ। ਸਭ ਤੋਂ ਪਹਿਲੀ ਐਪਲੀਕੇਸ਼ਨ ਇਹਦੀ ਕੰਜ਼ਿਊਮਰ ਅਪਲਾਇੰਸਿਸ। ਤਾਂ ਇਹ ਆਪਣੇ TV ਟਿਊਨਰਸ ਵਿੱਚ, ਰਿਮੋਟ ਕੰਟਰੋਲਰ ਜਾਂ ਕੰਪਿਊਟਰਸ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਸੈਕਿੰਡ ਹੈ ਹੋਮ ਐਪਲੀਕੇਸ਼ਨਸ। ਤਾਂ ਇਹ ਆਪਣੇ ਵਾਸ਼ਿੰਗ ਮਸ਼ੀਨਸ ਦੇ ਵਿੱਚ, ਮਾਈਕ੍ਰੋਵੇਵਸ ਦੇ ਵਿੱਚ, ਵੀਡੀਓ ਗੇਮਸ, TV, ਹੋਮ ਸਿਕਿਉਰਿਟੀ ਸਿਸਟਮਸ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ। ਕਮਿਊਨੀਕੇਸ਼ਨ ਸਿਸਟਮ, ਤਾਂ ਇਹ ਕਮਿਊਨੀਕੇਸ਼ਨ ਸਿਸਟਮ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈ, ਜਿਸ ਤਰ੍ਹਾਂ ਮੋਬਾਈਲ ਫੋਨ, ਪੇਜਿੰਗ ਡਿਵਾਈਸਿਸ ਦੇ ਵਿੱਚ। ਨੈਕਸਟ ਹੈ ਆਫਿਸ। ਇਹਨੂੰ ਆਫਿਸਿਸ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈ, ਜਿਵੇਂ ਕਿ ਫੈਕਸ ਮਸ਼ੀਨਸ ਦੇ ਲਈ, ਪ੍ਰਿੰਟਰਸ, ਕਾਪੀਰਸ ਅਤੇ ਲੇਜ਼ਰ ਪ੍ਰਿੰਟਰਸ ਦੇ ਲਈ। ਨੈਕਸਟ ਹੈ ਆਟੋਮੋਬਾਈਲਸ। ਤਾਂ ਆਟੋਮੋਬਾਈਲਸ ਦੇ ਵਿੱਚ ਕੀ ਹੁੰਦਾ ਕਿ ਇੰਜਨਸ ਨੂੰ ਕੰਟਰੋਲ ਕਰਨ ਲਈ ਜਾਂ ਫਿਰ ਟਰਾਂਸਮਿਸ਼ਨ ਲਈ ਜਾਂ ਟੈਂਪਰੇਚਰ ਨੂੰ ਕੰਟਰੋਲ ਕਰਨ ਲਈ। ਇਹ ਐਰੋਨਾਟੀਕਲ ਅਤੇ ਸਪੇਸ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈ। ਮੈਡੀਕਲ ਇਕਵਿਪਮੈਂਟਸ ਵਿੱਚ, ਡਿਫੈਂਸ ਸਿਸਟਮ ਦੇ ਵਿੱਚ ਪ੍ਰੈਸ਼ਰ, ਟੈਂਪਰੇਚਰ ਨੂੰ ਕੰਟਰੋਲ ਕਰਨ ਲਈ। ਰੋਬੋਟਿਕਸ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈ। ਤਾਂ ਇਹ ਸੀ ਆਪਣਾ ਮਾਈਕਰੋ ਕੰਟਰੋਲਰ ਦਾ ਫਸਟ ਚੈਪਟਰ, ਜਿਸ ਵਿੱਚ ਆਪਾਂ ਮਾਈਕਰੋ ਕੰਟਰੋਲਰ ਦਾ ਇੰਟਰੋਡਕਸ਼ਨ ਦੇਖਿਆ ਕਿ ਇਹ ਮਾਈਕਰੋ ਪ੍ਰੋਸੈਸਰ ਨਾਲੋਂ ਕਿਵੇਂ ਡਿਫਰੈਂਟ ਹੈ ਅਤੇ ਇਹਦੀਆਂ ਕੀ ਐਪਲੀਕੇਸ਼ਨਸ ਨੇ, ਇਹਨਾਂ ਨੂੰ ਕਿੱਥੇ ਯੂਜ਼ ਕੀਤਾ ਜਾਂਦਾ ਹੈ। ਤਾਂ ਆਪਾਂ ਨੈਕਸਟ ਜਿਹੜੇ ਟੌਪਿਕਸ ਹੈਗੇ ਆ ਉਹ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਉਮੀਦ ਹੈ ਕਿ ਤੁਹਾਨੂੰ ਇਹ ਲੈਕਚਰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਧੰਨਵਾਦ।